ਅਜੀਤ ਵੈਬ टीवी ਵੇਖ ਰਹੇ ਦਰਸ਼ਕੋ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਬਲਦੇਵ ਸਿੰਘ ਕੰਬੋ। ਅਸੀਂ ਦੇਵਦਰਦ ਹੋਰਾਂ ਨਾਲ ਇੱਕ ਕਿਸ਼ਤ ਦੇ ਵਿੱਚ ਗੱਲ ਕੀਤੀ ਸੀ। ਉਹਨਾਂ ਨੇ ਸਿੱਖ ਇਤਿਹਾਸ ਬਾਰੇ ਜਾਂ ਜਿਹੜਾ ਪਹਿਲਾ ਵਿਸ਼ਵ ਯੁੱਧ ਸੀ ਉਹਦੇ ਬਾਰੇ ਦੱਸਿਆ, ਉਹਨਾਂ ਸਿਪਾਹੀਆਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ। ਅੱਜ ਦੂਸਰੇ ਦਿਨ ਅਸੀਂ ਉਹਨਾਂ ਦੇ ਕੋਲ ਹਜ਼ਾਰਾਂ ਨਹੀਂ ਲੱਖਾਂ ਕਿਸਮ ਦੇ ਸਿੱਕੇ ਨੇ ਤੇ ਉਹਨਾਂ ਸਿੱਕਿਆਂ ਦੇ ਇਤਿਹਾਸ ਬਾਰੇ ਅਸੀਂ ਦੇਵਦਰਦ ਹੋਰਾਂ ਕੋਲ ਜਾਣਾਂਗੇ। ਉਹਨਾਂ ਦੇ ਬੇਟੇ ਪ੍ਰਤੀਕ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ ਜਿਨ੍ਹਾਂ ਨੇ PhD ਕੀਤੀ ਇਸੇ ਵਿਸ਼ੇ ਤੇ। ਇਹ ਦੇਵ ਜੀ ਅਜੀਤ ਵੈਬ TV ਵੱਲੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ। ਧਰਮਿੰਦਰ ਔਲਖ ਸਾਹਿਬ, ਮੇਰੇ ਵੱਲੋਂ ਤੁਹਾਡਾ ਔਰ ਅਜੀਤ ਵੈਬ TV ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਕੋਲ ਆਏ ਹੋ ਔਰ ਕੀਮਤੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨੀ ਹੈ। ਤੇ ਅੱਜ ਹਾਂਜੀ ਦੇਵ ਜੀ, ਜਿਹੜਾ ਇਹ ਸਿੱਕਿਆਂ ਦਾ ਇਤਿਹਾਸ ਕੀ ਆ, ਕਿੱਥੋਂ ਸ਼ੁਰੂ ਹੁੰਦਾ ਹੈ? ਵੀ ਸਾਡੇ ਕੋਲ ਜਿਹੜਾ ਸਿੱਕਿਆਂ ਦਾ ਇਤਿਹਾਸ ਹੈ ਉਹ ਸੈਕੰਡ ਅਰਬਨਾਈਜੇਸ਼ਨ ਜਿਹੜੀ ਹੈ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਲਗਭਗ 2700 ਸਾਲ ਪੁਰਾਣੇ ਸਿੱਕੇ ਜਿਹੜੇ ਹੈ ਉਹਨਾਂ ਤੋਂ ਸ਼ੁਰੂ ਹੁੰਦੀ ਹੈ। ਔਰ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਨਿੱਕੇ ਨਿੱਕੇ ਜਨਪਦ ਸੀਗੇ ਜਿਨ੍ਹਾਂ ਨੂੰ ਅਸੀਂ ਰਿਪਬਲਿਕਸ ਕਹਿੰਦੇ ਸੀ ਜਾਂ ਗਣਰਾਜ ਕਹਿੰਦੇ ਸੀਗੇ। ਇਹ ਉਹਨਾਂ ਦੇ ਕੋਇਨਸ ਨੇ ਔਰ ਇਹ ਉਦੋਂ ਦੇ ਕੋਇਨਸ ਨੇ ਜਦੋਂ ਸਾਡੇ ਕੋਲ ਆਪਣੀ ਲਿਪੀ ਜਿਹੜੀ ਨਹੀਂ ਸੀ। ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਚਿੱਤਰ ਲਿਪੀ ਹੈ, ਜਾਂ ਤਾਂ ਪਹਾੜਾਂ ਦੇ ਚਿੱਤਰ ਨੇ ਜਾਂ ਜਾਨਵਰਾਂ ਦੇ ਚਿੱਤਰ ਨੇ, ਸ਼ੇਰ ਦੇ ਚਿੱਤਰ ਹੈ, ਹਿਰਨ ਦੇ ਚਿੱਤਰ ਨੇ, ਨਦੀਆਂ ਪਹਾੜਾਂ ਦੇ ਰੁੱਖਾਂ ਦੇ ਚਿੱਤਰ ਨੇ, ਸਿੰਬਲਸ ਨੇ ਇਹਨਾਂ ਦੇ ਉੱਤੇ ਉਹਨਾਂ ਜਿਹੜੇ ਗਣਰਾਜ ਹੈ ਉਹਨਾਂ ਦਾ। ਔਰ ਇੱਥੋਂ ਹੌਲੀ ਹੌਲੀ ਫਿਰ ਅਸੀਂ ਸਫ਼ਰ ਕਰਦੇ ਕਰਦੇ ਜਦੋਂ ਅੱਗੇ ਚੱਲਦੇ ਹਾਂ, ਇਹ ਸਾਰਾ ਫਰੇਮ ਸੀਗਾ। ਇਹ ਸਾਡੇ ਜਿਹੜੇ ਨਿੱਕੇ ਨਿੱਕੇ ਰਾਜ ਸੀਗੇ ਇਸ ਰੀਜਨ ਦੇ ਵਿੱਚ ਸਾਰੇ ਇਹ ਉਹਨਾਂ ਦੇ ਕੋਇਨਸ ਸੀਗੇ। ਅੱਗੇ ਜਾ ਕੇ ਜਿਹੜੇ ਸਾਡੇ ਕੋਲ ਕੋਇਨਸ ਨੇ ਇਹ ਪੰਜਾਬ ਏਂਸ਼ੀਅੰਟ ਦੇ ਕੋਇਨਸ ਨੇ ਜਿਹੜੇ 2200 2400 2000 ਸਾਲ ਪੁਰਾਣੇ ਨੇ। ਇਹ ਸਿਕੰਦਰ ਦੇ ਵੇਲੇ ਦੇ ਕੋਇਨਸ ਨੇ ਸਾਰੇ ਹੀ। ਇਹ ਸਾਡੇ ਕੋਲ ਸਿੰਧ ਸੁਲਤਾਨਾਂ ਦੇ ਕੋਇਨਸ ਨੇ, ਸਿਲਵਰ ਕੋਇਨਸ ਨੇ ਸਾਡੇ ਕੋਲ। ਔਰ ਇਹ ਸਾਰੇ ਹਾਰਸ ਐਂਡ ਬੁੱਲ ਦੇ ਕੋਇਨਸ ਨੇ। ਇਹ ਅਲੱਗ-ਅਲੱਗ ਸਾਡੇ ਕੋਲ ਜਿਹੜਾ ਪੀਰੀਅਡ ਆਉਂਦਾ ਹੈ ਲਗਭਗ 2000 ਸਾਲ ਦੇ ਵਿੱਚ, ਜਦੋਂ ਕੁਸ਼ਾਨ ਪੀਰੀਅਡ ਜਿਹੜਾ ਉਹ ਲਗਭਗ ਮੱਧ ਦੇ ਵਿੱਚ ਹੈ, ਕਿਉਂਕਿ ਅਰਲੀ ਕੁਸ਼ਾਨ ਪੀਰੀਅਡ ਬੀਤ ਚੁੱਕਾ ਹੈਗਾ ਕਿ ਇੱਕ ਕੁਸ਼ਾਨ ਪੀਰੀਅਡ ਚੱਲ ਰਿਹਾ। ਇਹ ਉਸ ਇਰਾ ਦੇ ਕੋਇਨ ਨੇ। ਔਰ ਲਗਭਗ ਜਿਹੜੇ ਫਿਰ ਸਾਡੇ ਕੋਲ ਅੱਗੇ ਕੋਇਨਸ ਆਉਂਦੇ ਨੇ, ਗੁਪਤਾ ਪੀਰੀਅਡ ਸ਼ੁਰੂ ਹੁੰਦਾ ਹੈ। ਗੁਪਤਾ ਪੀਰੀਅਡ ਤੋਂ ਬਾਅਦ ਅੱਗੇ ਫਿਰ ਮੁਗਲ ਸ਼ੁਰੂ ਹੋ ਜਾਂਦੇ ਨੇ। ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਿਹੜੇ ਕੋਇਨ ਸੀਗੇ ਇਹ ਸਾਰੇ 9th ਸੈਂਚਰੀ ਤੋਂ ਲੈ ਕੇ 13ਵੀਂ ਸਦੀ ਤੱਕ ਇਸ ਫਰੇਮ ਦੇ ਵਿੱਚ ਤੁਹਾਨੂੰ ਕੋਇਨਸ ਦੇਖਣ ਨੂੰ ਮਿਲਣਗੇ, ਜਿਨ੍ਹਾਂ ਦੇ ਉੱਤੇ ਅਲੱਗ-ਅਲੱਗ ਕੈਲੀਗ੍ਰਾਫੀ ਹੈ। ਅਲੱਗ-ਅਲੱਗ ਰਾਜਿਆਂ ਦੇ ਇਹ ਕੋਇਨਸ ਨੇ ਜਿਨ੍ਹਾਂ ਦੇ ਵਿੱਚ ਸਾਮੰਤ ਦੇਵ ਜਿਹੜਾ ਉਹ ਇੱਕ ਵਿਸ਼ੇਸ਼ ਰਾਜਾ 10ਵੀਂ ਸਦੀ ਦਾ, ਔਰ ਉਸ ਰਾਜੇ ਦਾ ਲੰਬਾ ਚੌੜਾ ਰਾਜ ਸੀਗਾ ਤੇ ਲੰਬੇ ਚੌੜੇ ਉਹਦੇ ਹਿੰਦੁਸਤਾਨ ਦੇ ਵਿੱਚ ਇਹ ਜਗ੍ਹਾ ਥਾਵਾਂ 'ਤੇ ਸਿੱਕੇ ਮਿਲਦੇ ਨੇ। ਫਿਰ ਸਾਡੇ ਕੋਲ ਜਿਹੜਾ ਮੁਗਲ ਪੀਰੀਅਡ ਸ਼ੁਰੂ ਹੁੰਦਾ ਹੈ, ਸੁਲਤਾਨ ਆਉਂਦੇ ਨੇ, ਮੁਗਲ ਆਉਂਦੇ ਨੇ, ਉਹਨਾਂ ਦਾ ਪੀਰੀਅਡ ਹੈ ਸਾਡੇ ਕੋਲ। ਸੁਲਤਾਨਾਂ ਦੇ ਵਿੱਚ ਬਹੁਤ ਸਾਰੇ ਸੁਲਤਾਨ ਸਾਡੇ ਕੋਲ ਨੇ। ਗੁਜਰਾਤ ਸੁਲਤਾਨ ਨੇ ਸਾਡੇ ਕੋਲ, ਸ਼ੇਰ ਸ਼ਾਹ ਸੂਰੀ ਹੈ, ਇਸਲਾਮ ਸ਼ਾਹ ਸੂਰੀ ਹੈ, ਕਸ਼ਮੀਰ ਦੇ ਸੁਲਤਾਨ ਨੇ, ਜਾਂ ਸਾਡੇ ਕੋਲ ਖਿਲਜੀ ਸੁਲਤਾਨ ਨੇ, ਮਾਲਵਾ ਸੁਲਤਾਨ ਨੇ, ਔਰ ਬੰਗਾਲ ਦੇ ਸੁਲਤਾਨ ਨੇ, ਆਦਲ ਸ਼ਾਹ ਸੂਰੀ ਹੈ। ਤੇ ਇਹ ਸਾਰਾ ਸੂਰੀ ਡਾਇਨੈਸਟੀ ਜਿਹੜੀ ਹੈ ਇਹ ਸੁਲਤਾਨਾਂ ਦੇ ਵਿੱਚ ਆਉਂਦੀ ਹੈ। ਅੱਗੇ ਜਾ ਕੇ ਸਾਡੇ ਕੋਲ ਮੁਗਲ ਡਾਇਨੈਸਟੀ ਸ਼ੁਰੂ ਹੁੰਦੀ ਹੈ ਜਿੱਥੇ ਬਾਬਰ ਦੇ ਸਿੱਕੇ ਨੇ, ਹਮਾਯੂੰ ਦੇ ਸਿੱਕੇ ਨੇ, ਅੱਗੇ ਜਾ ਕੇ ਅਕਬਰ ਦੇ ਸਿੱਕੇ ਨੇ, ਅੱਗੇ ਬਹੁਤ ਸਾਰੇ ਜਿਹੜੇ ਸਾਡੇ ਮੁਗਲ ਕਿੰਗ ਨੇ ਉਹਨਾਂ ਦੇ ਸਿੱਕੇ ਹੈ। ਤੇ ਇਹ ਅਲੱਗ-ਅਲੱਗ ਸਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ। ਔਰੰਗਜ਼ੇਬ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਰਾਜ ਆਪਣਾ ਫੈਲਾਇਆ। ਅਕਬਰ ਨਾਲੋਂ ਵੀ ਵੱਡਾ ਰਾਜ ਜਿਹੜਾ ਸੀਗਾ ਉਹ ਔਰੰਗਜ਼ੇਬ ਦਾ ਸੀਗਾ। ਹਮਾਯੂੰ ਦੇ ਸਿੱਕੇ ਮਿਲਦੇ ਜਿਨ੍ਹਾਂ ਨੂੰ ਅਸੀਂ ਬਹਿਲੋਲੀ ਵੀ ਕਹਿੰਦੇ ਹਾਂ। ਤੇ ਹਮਾਯੂੰ ਦੇ ਸਿੱਕੇ ਵੀ ਬਹੁਤ ਕੀਮਤੀ ਕੋਇਨਸ ਨੇ। ਸਾਡੇ ਕੋਲ ਬਾਬਰ ਦੇ ਸਿੱਕੇ ਜਿਹੜੇ ਆ ਉਹ ਬੜੇ ਕੀਮਤੀ ਕਾਇਨ ਨੇ। ਇਹ ਉੱਪਰ ਜਿਹੜੇ ਲੀਫਸ ਦੇ ਵਿੱਚ ਸਿੱਕੇ ਲੱਗੇ ਹੋਏ ਆ ਇਹ ਸੱਚਮੁੱਚ ਰੇਅਰ ਕੋਇਨਸ ਨੇ ਸਾਡੇ ਸਾਰੇ, ਕਿਉਂਕਿ ਬਾਬਰ ਦੇ ਸਿੱਕੇ ਜਿਹੜੇ ਵੀ ਮਿਲਦੇ ਨੇ ਕੀਮਤੀ ਹੈ। ਔਰ ਅਕਬਰ ਦੇ ਸੋਨੇ ਦੇ ਸਿੱਕੇ ਕਾਫੀ ਨੇ। ਚਾਂਦੀ ਦੇ ਸਿੱਕੇ ਹੈ ਉਹਨਾਂ ਨੂੰ ਅਸੀਂ ਅਸ਼ਰਫੀਆਂ ਕਹਿੰਦੇ ਹਾਂ, ਔਰ ਜਿਹੜੇ ਸੋਨੇ ਦੇ ਸਿੱਕੇ ਨੇ ਉਹਨਾਂ ਨੂੰ ਅਸੀਂ ਮੋਹਰਾਂ ਕਹਿੰਦੇ ਹਾਂ। ਤੁਹਾਡਾ ਹੋਰ ਕੋਈ ਸਵਾਲ ਹੈ ਤੇ ਮੈਂ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਣ ਨੂੰ ਤਿਆਰ ਹਾਂ, ਉਹ ਤੁਸੀਂ ਪੁੱਛੋ ਜ਼ਰੂਰ। ਦੇਵ ਜੀ, ਇਹ ਤੁਸੀਂ ਜਿਹੜੇ ਆ ਇੰਨਾ ਵੱਡਾ ਖਜ਼ਾਨਾ ਇਹ ਕਿਵੇਂ ਤੁਸੀਂ ਇਕੱਠਾ ਕਰਦੇ, ਕਿੱਥੋਂ ਲੱਭ ਕੇ ਲਿਆਉਂਦੇ ਹੋ? ਇਹ ਤੁਹਾਡਾ ਕੁਐਸਚਨ ਬੜਾ ਅੱਛਾ ਕੁਐਸਚਨ ਹੈ।
ਜਿਸ ਵੀ ਬੰਦੇ ਨੇ ਕੋਈ ਵੀ ਕੰਮ ਕਰਨਾ ਹੁੰਦਾ ਹੈ, ਪਰਮਾਤਮਾ ਉਹਨੂੰ ਉਹ ਰਸਤਾ ਜ਼ਰੂਰ ਦਿਖਾਉਂਦਾ ਹੈ। ਅਤੇ ਕਿਉਂਕਿ ਮੈਂ ਪਿਛਲੇ 50 ਸਾਲ ਤੋਂ ਕੰਮ ਕਰ ਰਿਹਾ ਅਤੇ 50 ਸਾਲ ਦੀ ਮੇਰੇ ਕੋਲ ਕਲੈਕਸ਼ਨ ਹੈ ਅਲੱਗ-ਅਲੱਗ ਚੀਜ਼ਾਂ ਦੀ। ਅਤੇ ਸਿੱਕਿਆਂ ਦੇ ਵਿੱਚ ਮੇਰਾ ਬੇਟਾ ਜਿਹੜਾ ਉਹਦੀ ਸਟੱਡੀ ਹੈ ਆਰਕੀਓਲੋਜੀ ਦੇ ਵਿੱਚ, ਅਤੇ ਕੋਇਨਸ ਦੀ ਨਿਊਮਿਸਮੈਟਿਕਸ ਦੇ ਵਿੱਚ ਉਹ PhD ਵੀ ਕਰ ਰਿਹਾ। ਅਤੇ ਮੇਰੇ ਕੋਲ ਇਸ ਫਰੇਮ ਦੇ ਵਿੱਚ ਮੈਂ ਧਰਮਿੰਦਰ ਜੀ ਕਹਾਂਗਾ ਕਿ ਜ਼ਰੂਰ ਇੱਕ ਵਾਰੀ ਨਜ਼ਰ ਮਾਰਿਓ। ਸਾਡੇ ਗੁਰੂ ਨਾਨਕ ਦੇਵ ਸਾਹਿਬ ਦੇ ਵੇਲੇ ਜਦੋਂ ਬਾਬਰ ਦਾ ਰਾਜ ਸੀਗਾ ਅਤੇ ਪੈਸੇ ਦੀ ਇੰਨੀ ਕੀਮਤ ਸੀਗੀ ਕਿ ਇੱਕ ਪੈਸੇ ਦੀ ਦਾਮ ਅਕਬਰ ਦੇ ਵੇਲੇ ਤੱਕ ਇੱਕ ਪੈਸੇ ਨੂੰ ਕਿਹਾ ਜਾਂਦਾ ਰਿਹਾ, ਅਤੇ ਇੱਕ ਦਾਮ ਦਾ ਵੀ 32ਵਾਂ ਹਿੱਸਾ ਤੁਹਾਡੇ ਸਾਹਮਣੇ ਪਿਆ ਔਰ ਉਹਦੇ ਨਾਲ ਦੇ ਫਰੇਮ ਦੇ ਵਿੱਚ ਇੱਕ ਦਾਮ ਦਾ 16ਵਾਂ ਹਿੱਸਾ ਪਿਆ। ਫ੍ਰਿਕਸ਼ਨਸ ਜਿਹੜੀਆਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਅੱਗੇ ਉਸ ਦੇ ਵਿੱਚ ਇੱਕ ਦਾਮ ਦਾ 8ਵਾਂ ਹਿੱਸਾ ਪਿਆ, ਉਸ ਤੋਂ ਬਾਅਦ ਚੌਥਾ ਹਿੱਸਾ ਪਿਆ, ਫਿਰ ਚੌਥਾ ਤੋਂ ਬਾਅਦ ਦੂਸਰਾ, ਅਤੇ ਫਿਰ ਇੱਕ ਦਾਮ ਪਿਆ। ਅਤੇ ਮੈਂ ਇਹ ਗੱਲ ਕਹਿਣਾ ਕਿ ਪੈਸਾ ਇੰਨਾ ਕੀਮਤੀ ਸੀ। ਤੁਸੀਂ ਉਹ ਪੁਰਾਣਾ ਗਾਣਾ ਸੁਣਿਆ ਹੋਵੇਗਾ ਕਿ ਇੱਕ ਪੈਸਾ ਬਈ ਇੱਕ ਪੈਸਾ। ਜਿਹੜੀ ਤੀਵੀਂ ਹੈ ਉਹ ਆਪਣੇ ਕੰਤ ਨੂੰ ਇਹ ਗੱਲ ਆਖਦੀ ਹੈ ਕਿ ਤੂੰ ਮੇਲਾ ਵੇਖਣ ਚੱਲਿਆ ਅਤੇ ਇੱਕ ਪੈਸਾ ਲੈ ਜਾ, ਅਤੇ ਉਹ ਕਹਿੰਦੀ ਹੈ ਕਿ ਮੇਰੀਆਂ ਚੂੜੀਆਂ ਕਾਕੇ ਦਾ ਛਣਕਣਾ ਅਤੇ ਧੇਲਾ ਮੋੜ ਲਿਆਈਓ ਰੇ ਇੱਕ ਪੈਸਾ। ਇੱਕ ਪੈਸੇ ਦੀ ਇੰਨੀ ਕੀਮਤ ਹੈ ਕਿ ਮੇਲਾ ਵੀ ਦੇਖ ਕੇ ਆ, ਮੇਰੀਆਂ ਚੂੜੀਆਂ ਵੀ ਲੈ ਆ, ਕਾਕੇ ਵਾਸਤੇ ਛਣਕਣਾ ਵੀ ਲੈ ਕੇ ਆ, ਅਤੇ ਧੇਲਾ ਮੋੜ ਕੇ ਵੀ ਲਿਆਈ। ਉਸ ਵੇਲੇ ਦੀ ਗੱਲ ਕਰ ਰਹੇ ਹਾਂ। ਇਹ ਸਾਡਾ ਬੜਾ ਪ੍ਰਚਲਿਤ ਲੋਕ ਗੀਤ ਹੈ ਜਿਹੜਾ ਸਾਡੇ ਸਿੱਕਿਆਂ ਦੇ ਨਾਲ ਜੁੜਿਆ ਹੋਇਆ ਹੈ। ਲੇਕਿਨ ਕਿਉਂਕਿ ਅਕਬਰ ਸਾਡੇ ਕੋਲ ਬਹੁਤ ਵੱਡਾ ਕਿੰਗ ਹੈ ਜਿਹਦੀਆਂ ਬਹੁਤ ਸਾਰੀਆਂ ਮਿੰਟਸ ਨੇ, ਸਾਨੂੰ ਮਾਣ ਹੈ ਕਿ ਸਾਡੇ ਕੋਲ ਅਕਬਰ ਅਤੇ ਔਰੰਗਜ਼ੇਬ ਦੀਆਂ ਜਿਹੜੀਆਂ ਮਿੰਟਸ ਅਸੀਂ ਟਕਸਾਲ ਨੂੰ ਕਹਿੰਦੇ ਹਾਂ ਕਿ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਉਹਨਾਂ ਦਾ ਰਾਜ ਸੀਗਾ, ਉਹਨਾਂ ਨੇ ਕਿੰਨੇ ਏਰੀਏ ਦੇ ਵਿੱਚ ਟਕਸਾਲਾਂ ਬਣਾਈਆਂ ਅਤੇ ਕਿੱਥੋਂ ਕਿੱਥੋਂ ਆਪਣੇ ਸਿੱਕੇ ਜਾਰੀ ਕੀਤੇ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਸਾਂਝੀ ਕਰਾਂ ਕਿ ਹਰ ਕਿੰਗ ਜਿਹੜਾ ਵੀ ਤਖਤ 'ਤੇ ਬੈਠਦਾ ਸੀ, ਸਭ ਤੋਂ ਪਹਿਲਾਂ ਉਹਦਾ ਸਿੱਕਾ ਜਿਹੜਾ ਉਹ ਜਾਰੀ ਹੁੰਦਾ ਸੀ, ਉਸ ਤੋਂ ਬਾਅਦ ਉਹਨੂੰ ਤਖਤ 'ਤੇ ਬਿਠਾਇਆ ਜਾਂਦਾ ਸੀ। ਅਤੇ ਫਿਰ ਉਹ ਜਿੰਨੀਆਂ ਟਕਸਾਲਾਂ ਸੀਗੀਆਂ, ਹਰ ਸਾਲ ਇੱਕ ਟਕਸਾਲ ਤੋਂ ਨਵਾਂ ਸਿੱਕਾ ਨਿਕਲਦਾ ਸੀ। ਅਤੇ ਇਸ ਤੋਂ ਇਲਾਵਾ ਸਾਲਾਨਾ ਸਿੱਕੇ ਨਿਕਲਣ ਤੋਂ ਇਲਾਵਾ ਜਿਹੜੇ ਹਿਜਰੀ ਸੰਤ ਸਨ, ਜਿਹੜੇ ਵਿਸ਼ੇਸ਼ ਨਜ਼ਰਾਨੇ ਬਣਦੇ ਸੀ, ਉਹ ਵਿਸ਼ੇਸ਼ ਸਿੱਕੇ ਬਣਾਏ ਜਾਂਦੇ ਸੀ। ਕਿਸੇ ਵਿਸ਼ੇਸ਼ ਗੈਸਟ ਦੀ ਆਮਦ ਦੇ ਉੱਤੇ ਜਿਹੜੇ ਸਿੱਕੇ ਬਣਾਏ ਜਾਂਦੇ ਸੀ ਉਹਨਾਂ ਨੂੰ ਅਸੀਂ ਨਜ਼ਰਾਨੇ ਕਹਿੰਦੇ ਸਾਂ। ਔਰ ਇਹ ਇੱਕ ਫਰੇਮ ਹੈ, ਇਹ 'ਚ ਸਾਡੀਆਂ ਇੰਡੀਆ ਦੀਆਂ ਜਿੰਨੀਆਂ ਉਸ ਵੇਲੇ ਸਟੇਟਸ ਸੀਗੀਆਂ, ਇਹ ਉਹਨਾਂ ਦੇ ਨਮੂਨੇ ਵਜੋਂ ਕੋਇਨਸ ਲਾਏ ਨੇ, ਸਾਰੇ ਨਹੀਂ ਲਗਾਏ ਹੋਏ। ਜਿਸ ਤਰ੍ਹਾਂ ਸਾਡੇ ਕੋਲ ਜੰਮੂ ਕਸ਼ਮੀਰ ਦੀ ਸਟੇਟ ਹੈ, ਇਹ ਉਹਦੇ ਕੋਇਨਸ ਨੇ। ਸਾਡੇ ਕੋਲ ਇਹ ਅਲੱਗ-ਅਲੱਗ ਜਿਹੜੀਆਂ ਸਟੇਟਸ ਨੇ, ਜਬਰਾ ਸਟੇਟ ਹੈ, ਸਾਡੇ ਕੋਲ ਕਾਂਗੜਾ ਸਟੇਟ ਹੈ, ਸਾਡੇ ਕੋਲ ਜੰਮੂ ਕਸ਼ਮੀਰ ਸਟੇਟ ਹੈ, ਸਾਡੇ ਕੋਲ ਇਹ ਉੱਪਰ ਸਟੇਟਾਂ ਦੇ ਨਾਂ ਲਿਖੇ ਹੋਏ ਨੇ। ਤੁਸੀਂ ਇਹ ਦੇਖੋ ਕਿ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਟੇਟਸ ਸੀਗੀਆਂ, ਉਹ ਸਾਰੀਆਂ ਸਟੇਟਸ ਦੇ ਕੋਇਨ ਜਿਹੜੇ ਆ, ਉਹ ਬੱਚਿਆਂ ਦੇ ਸਮਝਣ ਵਾਲੀ ਗੱਲ ਹੈ ਕਿ ਸਟੇਟਸ ਕੀ ਚੀਜ਼ ਸੀਗੀਆਂ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਕਿੰਨੀਆਂ ਸਟੇਟਸ ਦਾ ਰਲੇਵਾਂ ਕਰਕੇ ਸਾਡਾ ਵੱਡਾ ਸੰਯੁਕਤ ਭਾਰਤ ਜਿਹੜਾ ਉਹ ਬਣਿਆ ਸੀ। ਔਰ 1956 ਤੱਕ ਜਿਹੜੇ ਕੋਇਨਸ ਚੱਲਦੇ ਰਹੇ, ਉਹਨਾਂ ਨੂੰ ਅਸੀਂ ਬ੍ਰਿਟਿਸ਼ ਇੰਡੀਆ ਕੋਇਨਸ ਕਹਿੰਦੇ ਹਾਂ। ਇਹ ਸਾਰੇ ਉਹ ਕੋਇਨਸ ਨੇ ਜਿਨ੍ਹਾਂ 'ਚ ਮੋਹਰੀ ਵਾਲਾ ਸਿੱਕਾ ਆ ਜਾਂਦਾ ਹੈ, ਪਾਈਆਂ ਆ ਜਾਂਦੀਆਂ ਨੇ, ਅੱਧਾ ਆਨਾ ਆ ਜਾਂਦਾ, ਕੁਆਟਰ ਆਨਾ ਆ ਜਾਂਦਾ, ਇੱਕ ਆਨਾ ਆ ਜਾਂਦਾ, 2 ਆਨੇ ਆ ਜਾਂਦੇ ਨੇ। ਇਹ ਸਾਰੇ ਉਹ ਕੋਇਨਸ ਨੇ ਜਿਹੜੇ ਆਜ਼ਾਦ ਭਾਰਤ ਦੇ ਵੇਲੇ ਵੀ ਚੱਲਦੇ ਰਹੇ। ਲੇਕਿਨ 1956 ਦੇ ਬਾਅਦ ਨਵੇਂ ਪੈਸੇ ਜਿਹੜੇ ਉਹ ਸ਼ੁਰੂ ਹੋਏ, ਕਿਉਂਕਿ ਉਸ ਵੇਲੇ ਤੱਕ ਜਿਹੜਾ 1 ਰੁਪਈਆ ਸੀਗਾ ਉਹਦੇ ਵਿੱਚ 64 ਜਿਹੜੇ ਪੈਸੇ ਸੀਗੇ, ਅਤੇ ਫਿਰ ਅਸੀਂ 1 ਰੁਪਈਏ ਦੇ ਵਿੱਚ 100 ਪੈਸਾ ਕਰਕੇ ਅਤੇ ਬੈਂਕਾਂ ਦੇ ਵਿੱਚ ਬਕਾਇਦਾ ਬੋਰਡ ਲਗਾਏ ਗਏ, ਅਤੇ ਬੋਰਡ ਲਗਾ ਕੇ ਲੋਕਾਂ ਨੂੰ ਸਮਝਾਇਆ ਗਿਆ ਕਿ ਹੁਣ ਤੁਸੀਂ 1 ਰੁਪਈਏ ਦੀ ਵੰਡ ਕਿਸ ਤਰ੍ਹਾਂ ਕਰਨੀ ਹੈ। ਅਤੇ ਇਹ ਜਿਹੜੇ ਸਿੱਕੇ ਨੇ ਇਹ ਬੜੇ ਕੀਮਤੀ ਕੋਇਨਸ ਨੇ। ਇਹ ਮਹਾਰਾਜਾ ਰਣਜੀਤ ਸਿੰਘ ਦੇ ਕੋਇਨ ਨੇ, ਡੋਗਰਿਆਂ ਦੇ ਕੋਇਨ ਨੇ। ਰਣਜੀਤ ਸਿੰਘ ਦੇ ਜਿਹੜੇ ਬੇਟੇ ਸੀ ਦਲੀਪ ਸਿੰਘ, ਸ਼ੇਰ ਸਿੰਘ, ਉਹਨਾਂ ਦੇ ਕੋਇਨਸ ਨੇ। ਔਰ ਮੋਰਾਂ ਦਾ ਕੋਇਨ ਹੈ, ਬਾਬਾ ਬੰਦਾ ਬਹਾਦਰ ਦਾ ਕੋਇਨਸ ਹੈ। ਇਹ ਸਾਰੇ ਕੋਇਨਸ ਜਿਹੜੇ ਨੇ ਇਹਨਾਂ ਦੀ ਅਲੱਗ-ਅਲੱਗ ਮਿੰਟਸ ਹੈ, ਇਹਨਾਂ ਦੀਆਂ ਟਕਸਾਲਾਂ ਅਲੱਗ-ਅਲੱਗ ਨੇ, ਲੇਕਿਨ ਸਾਡੀ ਸਿੱਖ ਹਿਸਟਰੀ ਨਾਲ ਜੁੜੇ ਹੋਏ ਬੇਸ਼ਕੀਮਤੀ ਕੋਇਨਸ ਨੇ ਜਿਨ੍ਹਾਂ ਨੂੰ ਇੱਥੇ ਚਲਾਉਣ ਵਾਸਤੇ
ਤੇ ਆਮ ਲੋਕਾਂ ਦੇ ਵਰਤਣ ਵਾਸਤੇ ਤਾਂਬੇ ਦੇ ਸਿੱਕੇ ਚਲਾਏ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਦੇਣ ਹੈ। ਲੋਕ ਮਹਾਰਾਜਾ ਰਣਜੀਤ ਸਿੰਘ ਤੇ ਦੋਸ਼ ਲਗਾਉਂਦੇ ਨੇ ਕਿ ਉਹਨਾਂ ਨੇ ਪੰਜਾਬੀ ਵਾਸਤੇ ਕੁਝ ਨਹੀਂ ਕੀਤਾ, ਲੇਕਿਨ ਮੈਂ ਉਹਨਾਂ ਦੀ ਪ੍ਰੋੜਤਾ ਇਸ ਗੱਲ ਤੇ ਮਹਾਰਾਜਾ ਰਣਜੀਤ ਸਿੰਘ ਦੀ ਕਰਦਾ ਕਿ ਜਿਹੜਾ ਜਨ ਸਧਾਰਨ ਲੋਕ ਸਿੱਕੇ ਵਰਤਦੇ ਸਨ, ਉਹ ਸਿੱਕੇ ਜਿਹੜੇ ਸੀਗੇ ਉਹ ਸਾਰੇ ਸਿੱਕਿਆਂ ਦੇ ਉੱਤੇ, ਹਰ ਸਿੱਕੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਨੂੰ ਇੰਨੇ ਸਮਰਪਿਤ ਸੀ ਕਿ ਹਰ ਸਿੱਕੇ ਦੇ ਉੱਤੇ ਅਕਾਲ ਸਹਾਏ, ਗੁਰੂ ਪ੍ਰਸਾਦ, ਸਤਨਾਮ, ਕਰਤਾ ਪੁਰਖ, ਗੁਰੂ ਗੋਬਿੰਦ, ਗੁਰੂ ਨਾਨਕ, ਸ਼੍ਰੀ ਅੰਮ੍ਰਿਤਸਰ ਸਾਹਿਬ, ਇਹੋ ਹੀ ਸ਼ਬਦ ਅੰਕਿਤ ਨੇ, ਦੂਸਰੇ ਸ਼ਬਦ ਅੰਕਿਤ ਨਹੀਂ ਹੈ। ਔਰ ਇਹ ਪੰਜਾਬੀ ਦੇ ਵਿੱਚ, ਸਾਡੀ ਗੁਰਮੁਖੀ ਦੇ ਵਿੱਚ ਇਹ ਅੰਕਿਤ ਨੇ। ਇਸ ਗੱਲ 'ਤੇ ਸਾਨੂੰ ਮਾਣ ਹੈ। ਲੇਕਿਨ ਲੋਕ ਸਮਝਣ ਵਿੱਚ ਥੋੜ੍ਹੀ ਜਿਹੀ ਟਪਲਾ ਖਾ ਜਾਂਦੇ ਨੇ ਕਿ ਉਹ ਸਮਝਦੇ ਨੇ ਕਿ ਇਹਨਾਂ ਨੇ ਜ਼ਿਆਦਾ ਪਰਸ਼ੀਅਨ ਦੇ ਵਿੱਚ ਕੰਮ ਕੀਤਾ ਹੈ, ਲੇਕਿਨ ਜਿਹੜਾ ਦੂਸਰੀਆਂ ਸਟੇਟਸ ਦੇ ਨਾਲ ਵਪਾਰ ਕਰਨ ਵਾਸਤੇ ਸਿੱਕੇ ਸੀਗੇ ਉਹ ਅਸ਼ਰਫੀਆਂ ਸਨ, ਕਿਉਂਕਿ ਜਦੋਂ ਅਸੀਂ ਵਪਾਰ ਕਰਦੇ ਹਾਂ ਤਾਂ ਸਾਨੂੰ ਜ਼ਿਆਦਾ ਪੈਸੇ ਚਾਹੀਦੇ ਹੁੰਦੇ ਨੇ। ਇਹ ਅਸ਼ਰਫੀਆਂ, ਚਾਂਦੀ ਦੇ ਸਿੱਕਿਆਂ ਨੂੰ ਅਸ਼ਰਫੀਆਂ ਕਹਿੰਦੇ ਆ। ਜੇਕਰ ਤੁਸੀਂ ਇਹਦਾ ਡਾਇਮੈਂਸ਼ਨ ਦੇਖਣੀ ਹੋਵੇ ਕਿ ਆਪਾਂ ਕਿਵੇਂ ਇਹਨਾਂ ਨੂੰ ਦੇਖਦੇ ਹਾਂ ਕਿ 2 ਦਮੜੀ ਕਾ 1 ਸ਼ਦਾਮ, 2 ਸ਼ਦਾਮ ਕਾ 1 ਦੇਲਾ, 2 ਦੇਲੇ का 1 पैसा, 2 पैसे का 1 टका, 2 टकों का 1 आना, 16 आने की 1 रुपया और 16 रुपइया की 1 मोहर। ਜਿਹੜੀ ਚਾਂਦੀ ਦੇ 16 ਅਸ਼ਰਫੀਆਂ ਇੱਕ ਮੋਹਰ ਦੇ ਬਰਾਬਰ ਹੁੰਦੀਆਂ ਸੀਗੀਆਂ। ਚਾਂਦੀ ਦੇ 16 ਸਿੱਕੇ ਦਿਓ ਤੇ ਸੋਨੇ ਦੀ ਇੱਕ ਮੋਹਰ ਜਿਹੜੀ ਹੈ ਉਹ ਪ੍ਰਾਪਤ ਕਰੋ। ਦੇਵ ਜੀ, ਜਿਵੇਂ ਇੱਥੋਂ ਹੀ ਸਵਾਲ ਪੈਦਾ ਹੁੰਦਾ, ਜਿਹੜਾ 2 ਦਮੜੀ ਕਾ 1 ਸ਼ਦਾਮ, ਹਾਂਜੀ, ਇਹ ਕਿਹੜੇ ਸਮੇਂ ਦੇ ਵਿੱਚ ਇਹ ਹੁੰਦੀ ਸੀ ਕੀਮਤ ਇਹਨਾਂ ਸਿੱਕਿਆਂ ਦੀ? ਇਹ ਲਗਭਗ 200 ਸਾਲ ਪੁਰਾਣਾ, ਤੁਸੀਂ ਰਣਜੀਤ ਸਿੰਘ ਪੀਰੀਅਡ ਹੀ ਲੈ ਲਓ ਤੇ ਉਹਦੇ ਵਿੱਚ ਵੀ ਇਹ ਚੱਲਦਾ ਰਿਹਾ। ਹਾਂਜੀ, ਚੱਲਦਾ ਰਿਹਾ, ਲੇਕਿਨ ਇਹ ਬਹੁਤ ਪੁਰਾਣਾ ਸੀਗਾ ਕਿਉਂਕਿ ਸਿੱਕਿਆਂ ਦੇ ਵਿੱਚ ਸਾਡੇ ਕੋਲ ਇਹ ਰਿਪਬਲਿਕ ਇੰਡੀਆ ਦੇ ਕੋਇਨਸ ਨੇ ਤੇ ਸਾਡੇ ਕੋਲ ਸੋਨੇ ਦੇ ਵੀ ਸਿੱਕੇ ਨੇ, ਚਾਂਦੀ ਦੇ ਬਹੁਤ ਸਿੱਕੇ ਨੇ। ਔਰ ਸਾਨੂੰ ਮਾਣ ਹੈ ਕਿ ਹਿੰਦੁਸਤਾਨ ਦੀ ਇੱਕ ਵੱਡੀ ਜ਼ਿਕਰਯੋਗ ਕਲੈਕਸ਼ਨ ਜਿਹੜੀ ਚਾਂਦੀ ਦੇ ਸਿੱਕਿਆਂ ਦੀ ਹੈ ਉਹ ਸਾਡੇ ਕੋਲ ਹੈ। ਔਰ ਮੈਂ ਅਜੀਤ ਵੈਬ ਦੇ ਹਵਾਲੇ ਨਾਲ ਇਹ ਵੀ ਕਹਾਂਗਾ ਕਿ ਕਿਸੇ ਦਿਨ ਸਿਰਫ ਤੇ ਸਿਰਫ ਚਾਂਦੀ ਦੇ ਸਿੱਕਿਆਂ ਦੇ ਅਸ਼ਰਫੀਆਂ ਦੇ ਉੱਤੇ ਗੱਲ ਕਰਕੇ ਤੁਸੀਂ ਸਾਡੇ ਸਰੋਤਿਆਂ ਨੂੰ ਜ਼ਰੂਰ ਮੁੱਲੇਵਾਨ ਜਿਹੜੀ ਸਾਡੀ ਇਤਿਹਾਸਿਕ ਧਰੋਹਰ ਹੈ ਉਹਦੇ ਤੋਂ ਜਾਣੂ ਜ਼ਰੂਰ ਕਰਵਾਓ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਜੀ ਦੇਵ ਦਰਦ ਜੀ। ਅੱਜ ਦੂਜੀ ਕਿਸ਼ਤ ਦੇ ਵਿੱਚ ਅਸੀਂ ਉਹਨਾਂ ਨਾਲ ਸਿੱਕਿਆਂ ਬਾਰੇ ਗੱਲਬਾਤ ਕੀਤੀ। ਬੜੇ ਪੁਰਾਤਨ, ਬੜੇ ਇਤਿਹਾਸਕ ਜਿਹੜੇ ਆ ਉਹ ਚੀਜ਼ਾਂ ਇਹਨਾਂ ਦੇ ਕੋਲ, ਉਹ ਸਿੱਕੇ ਪਏ ਹੋਏ ਨੇ। ਦੋਸਤੋ, ਇੱਥੇ ਤੁਹਾਡੇ ਕੋਲੋਂ ਚਾਹੁੰਦੇ ਆ ਇਜਾਜ਼ਤ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ ਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਅਗਲੀ ਕਿਸ਼ਤ ਦੇ ਵਿੱਚ ਅਸੀਂ ਕਿਸੇ ਹੋਰ ਜੋ ਇਹਨਾਂ ਨੇ ਵਿਰਾਸਤ ਸਾਂਭੀ ਆ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ।